ਪਿਛਲੇ ਕੁਝ ਦਿਨਾਂ ਤੋਂ ਆਵਾਰਾ ਕੁੱਤਿਆਂ ਬਾਰੇ ਦੇਸ਼ ਭਰ ਵਿੱਚ ਬਹਿਸ ਚੱਲ ਰਹੀ ਹੈ। ਹਾਲ ਹੀ ਵਿੱਚ ਸੁਪਰੀਮ ਕੋਰਟ ਨੇ ਆਵਾਰਾ ਕੁੱਤਿਆਂ ਨੂੰ ਫੜਨ ਦਾ ਹੁਕਮ ਦਿੱਤਾ ਸੀ, ਜਿਸ 'ਚ ਕਿਹਾ ਗਿਆ ਸੀ ਕਿ ਆਵਾਰਾ ਕੁੱਤਿਆਂ ਨੂੰ ਫੜ ਕੇ ਦਵਾਈ ਇੰਜੈਕਸ਼ਨ ਦੇ ਕੇ ਸ਼ੈਲਟਰ ਹੋਮ ਵਿੱਚ ਰੱਖਿਆ ਜਾਏ। ਇਸ ਫੈਸਲੇ ਨੂੰ ਸੁਣ ਕੇ ਪਸ਼ੂ ਪ੍ਰੇਮੀਆਂ ਦਾ ਪ੍ਰੇਮ ਜਾਗਿਆ। ਪਸ਼ੂ ਪ੍ਰੇਮੀ ਸੜਕਾਂ ਤੇ ਆਏ ਅਤੇ ਇਸ ਫੈਸਲੇ ਨੂੰ ਚੁਣੌਤੀ ਦਿੱਤੀ, ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ ਫੈਸਲੇ 'ਚ ਕੁਝ ਬਦਲਾਅ ਕੀਤੇ। ਇਸ ਦੇ ਤਹਿਤ ਕੁੱਤਿਆਂ ਨੂੰ ਫੜਿਆ ਜਾਏਗਾ, ਦਵਾਈ ਇੰਜੈਕਸ਼ਨ ਦੇ ਕੇ ਵਾਪਸ ਉਸੇ ਥਾਂ ਤੇ ਛੱਡ ਦਿੱਤਾ ਜਾਏਗਾ। ਹੁਣ ਪਸ਼ੂ ਪ੍ਰੇਮੀ ਤਾਂ ਖੁਸ਼ ਨੇ, ਪਰ ਉਹ ਲੋਕ ਜੋ ਕੁੱਤਿਆਂ ਦੀ ਦਹਿਸ਼ਤ 'ਚ ਰਹਿੰਦੇ ਨੇ, ਉਹਨਾਂ ਨੂੰ ਇਹ ਫੈਸਲਾ ਰਾਸ ਨਹੀਂ ਆ ਰਿਹਾ ਤੇ ਉੱਥੇ ਹੀ ਕੁੱਤੇ ਦੁਬਾਰਾ ਛੱਡ ਦਿੱਤੇ ਗਏ ਤਾਂ ਕੁੱਤਾ ਕੱਟਣ ਦੀਆਂ ਘਟਨਾਵਾਂ ਜਿਉਂਦੀਆਂ ਤਿਉਂ ਹੀ ਬਣੀਆਂ ਰਹਿਣਗੀਆਂ। ਖਾਸ ਕਰਕੇ ਛੋਟੇ ਬੱਚਿਆਂ ਦੇ ਮਾਤਾ-ਪਿਤਾ ਅਤੇ ਬਜ਼ੁਰਗਾਂ ਨੂੰ ਇਹ ਫੈਸਲਾ ਕੁਝ ਜ਼ਿਆਦਾ ਪਸੰਦ ਨਹੀਂ ਆਇਆ। ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ 'ਚ ਵੱਖ-ਵੱਖ ਥਾਵਾਂ ਤੋਂ ਕੁੱਤਿਆਂ ਵੱਲੋਂ ਬੱਚਿਆਂ ਨੂੰ ਕੱਟਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ। ਬੀਤੇ ਦਿਨ ਹੀ ਆਵਾਰਾ ਕੁੱਤਿਆਂ ਵੱਲੋਂ ਅੰਮ੍ਰਿਤਸਰ ਅਤੇ ਲੁਧਿਆਣਾ 'ਚ ਛੋਟੇ ਬੱਚਿਆਂ ਨੂੰ ਗੰਭੀਰ ਜ਼ਖਮੀ ਕਰਨ ਦੀਆਂ ਖਬਰਾਂ ਆਈਆਂ ਨੇ। ਬੱਚਿਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਅੱਜ ਇਸੇ ਮੁੱਦੇ ਤੇ ਅਸੀਂ ਚਰਚਾ ਕਰਾਂਗੇ ਕਿ ਬਦਲੇ ਗਏ ਇਸ ਫੈਸਲੇ ਦਾ ਕੋਈ ਪ੍ਰਭਾਵ ਪਵੇਗਾ ਜਾਂ ਸਿਰਫ ਖਾਨਾ ਪੂਰਤੀ ਹੀ ਹੋਵੇਗੀ ਤੇ ਕਿੰਨੇ ਮਾਮਲੇ ਹੁਣ ਤੱਕ ਸਾਹਮਣੇ ਆਏ ਨੇ, ਇਸ ਬਾਰੇ ਵੀ ਅਸੀਂ ਗੱਲ ਕਰਾਂਗੇ। 2024 ਦੀ ਜੇ ਗੱਲ ਕਰੀਏ ਤਾਂ ਕੁੱਤਿਆਂ ਦੇ ਕੱਟਣ ਦੇ ਪੰਜਾਬ 'ਚ 2,13,521 ਮਾਮਲੇ ਸਾਹਮਣੇ ਆਏ ਸੀ। 2023 ਵਿੱਚ ਕੁੱਤਿਆਂ ਦੇ ਕੱਟਣ ਦੇ 2,02,439 ਮਾਮਲੇ ਹੋਏ। 2025 ਜੁਲਾਈ ਤੱਕ ਇਹ ਮਾਮਲੇ 1,88,000 ਨੇ, ਯਾਨੀ ਕਿ ਇਹਨਾਂ ਦਾ ਗ੍ਰਾਫ ਜਿਹੜਾ ਹੈ ਉਹ ਵੱਧਦਾ ਜਾ ਰਿਹਾ ਹੈ ਤੇ ਰੋਜ਼ਾਨਾ ਪੰਜਾਬ 'ਚ ਪੂਰੇ ਡੌਗ ਬਾਈਟ ਦੇ ਮਾਮਲੇ ਜੋ ਸਾਹਮਣੇ ਆ ਰਹੇ ਨੇ, ਉਹਨਾਂ ਦੀ ਗਿਣਤੀ 850 ਹੈ, ਯਾਨੀ ਕਿ ਪੰਜਾਬ ਭਰ 'ਚੋਂ ਰੋਜ਼ਾਨਾ ਕੁੱਤਾ ਕੱਟਣ ਦੇ 850 ਮਾਮਲੇ ਔਨ ਐਨ ਐਵਰੇਜ ਸਾਹਮਣੇ ਆ ਰਹੇ ਨੇ। ਉੱਥੇ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਲਗਭਗ 100 ਮਾਮਲੇ ਰੋਜ਼ਾਨਾ ਸਾਹਮਣੇ ਆ ਰਹੇ ਨੇ। WHO ਦੇ ਮੁਤਾਬਿਕ ਭਾਰਤ 'ਚ ਹਰ ਸਾਲ ਰੇਬੀਜ਼ ਦੇ ਨਾਲ 20,000 ਮੌਤਾਂ ਹੁੰਦੀਆਂ ਨੇ। ਪੂਰੇ ਪੰਜਾਬ ਭਰ ਵਿੱਚ ਅੰਮ੍ਰਿਤਸਰ ਸ਼ਹਿਰ 'ਚ ਡੌਗ ਬਾਈਟਸ ਦੇ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਉਂਦੇ ਨੇ ਤੇ ਨਗਰ ਨਿਗਮ ਦੇ ਸਾਰੇ ਉਪਰਾਲੇ ਇੱਥੇ ਫੇਲ ਨਜ਼ਰ ਆ ਰਹੇ ਨੇ। ਲਗਾਤਾਰ ਕੁੱਤਿਆਂ ਦੀ ਆਬਾਦੀ ਵਧ ਰਹੀ ਹੈ। ਭਾਰਤ ਵਿੱਚ ਕੁੱਤਿਆਂ ਨੂੰ ਰੱਖਣ ਦੇ ਕੁਝ ਨਿਯਮ ਨੇ, ਉਸ ਬਾਰੇ ਵੀ ਤੁਹਾਨੂੰ ਜਾਣਕਾਰੀ ਦੇ ਦਿੰਦੇ ਹਾਂ ਤੇ ਇਹਨਾਂ ਨਿਯਮਾਂ ਦੇ ਤਹਿਤ ਇੱਕ ਫਲੈਟ ਵਿੱਚ ਵੱਧ ਤੋਂ ਵੱਧ 2 ਕੁੱਤਿਆਂ ਦੀ ਰਜਿਸਟ੍ਰੇਸ਼ਨ ਹੋਣੀ ਜ਼ਰੂਰੀ ਹੈ। ਕੁੱਤਿਆਂ ਦਾ ਮਾਲਕ ਪਾਲਤੂ ਕੁੱਤਿਆਂ ਦੁਆਰਾ ਬਣਾਈ ਗਈ ਗੰਦਗੀ ਨੂੰ ਆਪ ਸਾਫ਼ ਕਰਨ ਲਈ ਜ਼ਿੰਮੇਵਾਰ ਹੋਵੇਗਾ। ਨਾਲ ਹੀ RWA ਆਵਾਰਾ ਕੁੱਤਿਆਂ ਦੀ ਦੇਖਭਾਲ ਦੇ ਲਈ ਜ਼ਿੰਮੇਵਾਰ ਹੋਵੇਗਾ। ਕੋਈ ਵੀ ਵਿਅਕਤੀ ਕੁੱਤਿਆਂ ਨੂੰ ਖਾਣਾ ਨਹੀਂ ਖਵਾਏਗਾ ਜਾਂ ਫਿਰ ਜਿਸ ਦੇ ਘਰ ਦੇ ਸਾਹਮਣੇ ਗੰਦਗੀ ਫੈਲਾਏਗਾ ਕੁੱਤਾ, ਉਸ ਨੂੰ ਮਾਲਕ ਨੂੰ ਸਾਫ਼ ਕਰਨਾ ਹੋਏਗਾ। ਪਸ਼ੂ ਪ੍ਰੇਮੀਆਂ ਤੇ RWA ਨੂੰ ਇੱਕ ਦੂਸਰੇ ਦੇ ਨਾਲ ਤਾਲਮੇਲ ਕਰਕੇ ਆਵਾਰਾ ਕੁੱਤਿਆਂ ਨੂੰ ਖਾਣਾ ਖਵਾਉਣ ਲਈ ਇੱਕ ਨਿਰਧਾਰਿਤ ਥਾਂ ਦਾ ਫੈਸਲਾ ਕਰਨਾ ਜ਼ਰੂਰੀ ਕਰ ਦਿੱਤਾ ਗਿਆ। ਉੱਥੇ ਜਨਤਕ ਥਾਵਾਂ ਤੇ ਕੁੱਤਿਆਂ ਦੇ ਮੂੰਹ ਤੇ ਮਜ਼ਲ ਲਗਾਉਣਾ ਲਾਜ਼ਮੀ ਹੈ। ਗੱਲ ਕਰੀਏ ਗਾਜ਼ੀਆਬਾਦ ਦੀ ਤੇ ਨਗਰ ਨਿਗਮ ਨੇ ਪਿਟਬੁਲ, ਰੌਟਵੀਲਰ ਅਤੇ ਅਰਜੈਂਟੀਨੋ ਡੌਗੋ ਵਰਗੇ ਕੁੱਤਿਆਂ ਦੀ ਰਜਿਸਟ੍ਰੇਸ਼ਨ ਤੇ ਪਾਬੰਦੀ ਲਗਾਈ, ਯਾਨੀ ਕਿ ਇਹ ਪਾਬੰਦੀਸ਼ੁਦਾ ਕੁੱਤੇ ਨੇ ਜਿਨ੍ਹਾਂ ਨੂੰ ਪਾਲਤੂ ਨਹੀਂ ਰੱਖਿਆ ਜਾ ਸਕਦਾ। ਅਜਿਹੇ ਕੁੱਤਿਆਂ ਦੀ ਰਜਿਸਟ੍ਰੇਸ਼ਨ ਇਸ ਸ਼ਰਤ ਤੇ ਕੀਤੀ ਜਾਂਦੀ ਹੈ ਕਿ 2 ਮਹੀਨਿਆਂ ਦੇ ਅੰਦਰ ਨਸਬੰਦੀ ਇਹਨਾਂ ਦੀ ਲਾਜ਼ਮੀ ਹੋਵੇਗੀ। ਤੇ ਸੁਪਰੀਮ ਕੋਰਟ ਵੱਲੋਂ ਆਪਣੇ ਬਦਲੇ ਗਏ ਫੈਸਲੇ ਦਾ ਕੀ ਅਸਰ ਪਵੇਗਾ, ਕੀ ਪ੍ਰਭਾਵ ਪਵੇਗਾ, ਇਸੇ ਤੇ ਅੱਜ ਅਸੀਂ ਚਰਚਾ ਕਰਾਂਗੇ। ਸਾਡੇ ਨਾਲ ਸਾਡੇ ਪੈਨਲਿਸਟ ਮਾਹਿਰ ਕੁਝ ਹੀ ਸਮੇਂ 'ਚ ਜੁੜਨਗੇ ਤੇ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਸੁਪਰੀਮ ਕੋਰਟ ਦਾ ਇਹ ਫੈਸਲਾ, ਯਾਨੀ ਕਿ ਕੁੱਤਿਆਂ ਨੂੰ ਸਟੇਰਾਈਲ ਕਰਕੇ ਵਾਪਸ ਛੱਡ ਦਿੱਤਾ ਜਾਣਾ, ਕਿਸ ਤਰੀਕੇ ਦਾ ਪ੍ਰਭਾਵ ਪਏਗਾ। ਤੇ ਸਾਡੇ ਨਾਲ ਅੱਜ ਦੇ ਸਾਡੇ ਪਹਿਲੇ ਪੈਨਲਿਸਟ ਡਾਕਟਰ ਨਰੇਸ਼ ਚਾਵਲਾ ਜੀ ਜੁੜ ਗਏ ਨੇ, ਮੈਡੀਕਲ ਮਾਹਰ ਨੇ। ਡਾਕਟਰ ਸਾਹਿਬ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਨਿਊ ਸਟੇਟ ਪੰਜਾਬ, ਹਰਿਆਣਾ, ਹਿਮਾਚਲ ਤੇ। ਡਾਕਟਰ ਸਾਹਿਬ, ਮੇਰੀ ਆਵਾਜ਼ ਆ ਰਹੀ ਹੈ? ਹਾਂਜੀ ਆ ਜੀ। ਤੇ ਸਭ ਤੋਂ ਪਹਿਲਾਂ ਤਾਂ ਇਹੀ ਜਾਣਨਾ ਚਾਹਾਂਗੇ ਕਿ ਜੋ ਫੈਸਲਾ ਆਇਆ ਸੀ ਉਹਦੇ ਨਾਲ ਰਾਹਤ ਲੋਕਾਂ ਨੂੰ ਮਿਲੀ ਸੀ ਕਿ ਹੁਣ ਘਰੋਂ ਬਾਹਰ ਨਿਕਲਣਾ ਥੋੜਾ ਸੌਖਾ ਹੋ ਜਾਏਗਾ, ਛੋਟੇ ਬੱਚਿਆਂ ਲਈ ਵੀ, ਖਾਸ ਤੌਰ ਤੇ ਬਜ਼ੁਰਗਾਂ ਦੇ ਲਈ ਵੀ। ਲੇਕਿਨ ਹੁਣ ਫੈਸਲੇ 'ਚ ਬਦਲਾਅ ਹੋਇਆ ਕਿ ਕੁੱਤਿਆਂ ਨੂੰ ਸਟੇਰਾਈਲ ਕਰਕੇ, ਉਹਨਾਂ ਨੂੰ ਵੈਕਸੀਨੇਟ ਕਰਕੇ ਵਾਪਸ ਉਸੇ ਥਾਂ ਤੇ ਛੱਡ ਦਿੱਤਾ ਜਾਏਗਾ, ਯਾਨੀ ਕਿ ਡੌਗ ਬਾਈਟ ਦੀਆਂ ਘਟਨਾਵਾਂ ਤੇ ਉਨੀਆਂ ਹੀ ਰਹਿਣਗੀਆਂ। ਤੇ ਇਸ ਫੈਸਲੇ ਦਾ ਕੋਈ ਪ੍ਰਭਾਵ ਪੈਂਦਾ ਹੋਇਆ ਤੁਹਾਨੂੰ ਨਜ਼ਰ ਆ ਰਿਹਾ? ਦੇਖੋ ਸਿਮਰਨ ਕੌਰ, ਤੁਹਾਡੇ ਚੈਨਲ ਦੇ ਲੋਕਾਂ ਨੂੰ ਮੈਂ ਆਮ ਦੱਸਣਾ ਪਸੰਦ ਕਰਾਂਗਾ, ਪਿਛਲੇ 3 ਹਫ਼ਤਿਆਂ ਤੋਂ ਇਹ ਮਾਮਲਾ ਗਰਮਾਇਆ ਹੋਇਆ ਹੈ। इसमें कोई शक नहीं है कि सुप्रीम कोर्ट ने सुओ मोटो कॉग्निजेंस लिया था, किसी ने शिकायत नहीं की थी। उन्होंने खुद देखा कि डॉग बाइट्स बढ़ती आ रही है, उन्होंने एक ही फैसले में इतना मोटा फैसला सुना दिया कि सारे कुत्तों को शेल्टर होम्स में भेज दिया जाए। जब बाद में देखा गया तो ये पॉसिबल ही नहीं था। कुत्तों की तादाद इतनी ज्यादा है, फॉर एग्जांपल हम दिल्ली का फॉर एग्जांपल स्टडी करें
तो शेल्टर होम्स में जगह 3,000 कुत्तों की है। कुत्ते हैं 10 से 15 लाख। सेम प्रॉब्लम शायद पंजाब में भी होगी, हरियाणा में भी होगी, हिमाचल में भी होगी। उसको देख के उनको जब लोगों ने ह्यू एंड क्राई किया, तो मत भूलिए कुत्ते को हमेशा इंसान का एक वफादार साथी माना गया है, जी। जो हमने हिस्ट्री में भी देखी है और फिल्मों में भी देखा है और हम देखते भी हैं, कुत्ता एक वफादार साथी है। लेकिन आपका वफादार कुत्ता दूसरे इंसान को काटेगा, ये समाज को रास नहीं आएगी बात। अब आप कहेंगे कि जब ऐसा पहला फैसला सुप्रीम कोर्ट आया था, देयर वाज ह्यूज ह्यू एंड क्राई, नॉट ओनली एनिमल लवर्स की तरफों, इवन फिल्म इंडस्ट्री लोगों ने बोलना शुरू कर था, ऐसे कैसे कर सकते हैं, ऐसे कैसे होगा। वो हम भी आपको बता दें, अगर सारे कुत्तों को राउंड अप कर दिया जाए तो समाज में जो एक इकोसिस्टम का बैलेंस है, कुत्ते को बिल्ली खाती है, बिल्ली को कुत्ता खाता है, चूहे को बिल्ली खाती है, ये बैलेंस बिगड़ता है। तो कहीं ना कहीं हम समझते हैं कि आरडब्ल्यूज को साथ में मिला के, दूसरा जो एनजीओज हैं आजकल हमारे देश में, वैसे तो हमारा देश कोई बहुत अमीर देश नहीं है, आजकल ऐसी एनजीओज जो कि सिर्फ निष्काम काम करती हैं वो बहुत ज्यादा आ गई हैं। उनको मिला के प्लस गवर्नमेंट का ऑल अक्रॉस इंडिया सब स्टेट्स में, मुझे पता चला कुछ स्टेट्स में फॉर एग्जांपल मिजोरम वगैरह में ये प्रॉब्लम ज्यादा नहीं है, लेकिन जहां तक मैं नॉर्दर्न इंडिया समझता हूँ, दिल्ली, एनसीआर, हरियाणा, पंजाब, यूपी, इनमें, हिमाचल में प्रॉब्लम बहुत ज्यादा है। आप देखो, एक तरफ तो हम दावा करते हैं कि देश को हम वर्ल्ड क्लास कंट्री बनाएंगे, सुपर पावर बनाएंगे, और हर गली में घुसो तो आपका स्वागत करने के लिए भू करते 4 कुत्ते आ जाते हैं। हम तो, आम आदमी तो बर्दाश्त कर भी लेगा, छोटे बच्चे के पीछे भाग लिया, एक बूढ़े के पीछे भाग लिया, एक महिला के पीछे भाग लिया, कुत्ता काट लिया, वो तो महीनों में होती रहेगी। और मत भूलिए इसका मेडिकल एंगल है रेबीज। रेबीज से, जो रेबीज पूरे अमेरिका में, पूरे यूरोप में, पूरे ऑस्ट्रेलिया में, पूरे न्यूजीलैंड में एक्सेप्ट नहीं करती, उस बीमारी से हमारे देश में आज भी लोग मर रहे हैं। तो आप पूछेंगे डॉक्टर सोल्यूशन की है, मेरे हिसाब नाल स्टेट गवर्नमेंट, म्युनिसिपैलिटी, मेन काम म्युनिसिपल कॉर्पोरेशन का है, म्युनिसिपैलिटी एनजीओज को साथ में मिलाए, आरडीएफ को साथ में मिलाए, कुत्तों को पकड़ा जाए, स्टेजेस में सारे इकट्ठे नहीं पकड़ने, 1 बाय 1 पकड़ा जाए, उनको कैस्ट्रेट किया जाए, उनकी नसबंदी की जाए। उससे क्या होगा, जो 6 बच्चे उसने वो कुतिया ने पैदा करने हैं वो तो बच जाएंगे। वो तीसरा उनको वैक्सीनेट करे, वैक्सीनेट का मतलब उनको बीमारी का टीका लगाए। ये प्रोग्राम एक टाइम बाउंड प्रोग्राम, फॉर एग्जांपल से विद इन 2 इयर्स, 5 इयर्स, 3 इयर्स, स्टेज बाय स्टेज करना पड़ेगा। यानी कि खाली सुप्रीम कोर्ट का एक ऐलान कर देना कि प्रॉब्लम है, इनको राउंड अप कर दो, फिर बाद में अपने ही फैसले को रिवर्स करके कहना उनको वहीं छोड़ा जी, कोई फायदा नहीं हुआ है। इट हैज नॉट सर्व्ड एनी पर्पस। तो मैं एज ए कहते हैं कि जागरूक नागरिक के रूप में, एक मेडिकल डॉक्टर के रूप में, इसमें हम सब इफेक्टिव हैं, क्योंकि हम तो कुत्ता काटे के केस देखते हैं, बजाय रोते हुए आते हैं लोग, डॉक्टर से काट लिया, औरतें महीनों सालों तक रोती रहती हैं। तो इससे बचाने के लिए हमें कोई लॉन्ग टर्म सॉल्यूशन ऐसा ढूंढना पड़ेगा जिससे कहते हैं सांप भी मर जाए और लाठी भी ना टूटे। और जो हमारे पशु प्रेमी हैं, जो एनिमल लवर्स हैं, मेनका गांधी वगैरह ने इतने बड़े बड़े बयान दे दिए, उनकी भी सुनते हुए और समाज के ऐसे दूसरे लोगों की, बिल्कुल से एक बैलेंस बनाना बहुत ज्यादा जरूरी है, क्योंकि लगातार म्युनिसिपैलिटी अपना काम नहीं कर रही, इस वजह ਦੇ ਨਾਲ ਕੁੱਤਿਆਂ ਦੀ ਗਿਣਤੀ ਜਿਹੜੀ ਹੈ ਉਹ ਵੱਧਦੀ ਜਾ ਰਹੀ ਹੈ। ਅੱਜ ਮੈਂ ਡਾਟਾ ਦੇਖ ਰਹੀ ਸੀ 2023 2024 ਤੇ ਹੁਣ 2025 ਅੱਧਾ ਗੁਜ਼ਰਿਆ, ਅੱਧੇ ਗੁਜ਼ਰਨ ਦੇ ਨਾਲ ਹੀ ਉਹਨੇ ਮਾਮਲੇ ਸਾਹਮਣੇ ਆ ਗਏ ਜਿਨੇ ਲਾਸਟ ਈਅਰ ਪੂਰੇ ਸਾਲ 'ਚ ਸਾਹਮਣੇ ਆਇਆ ਸੀ। ਯਾਨੀ ਕਿ ਕਿਉਂਕਿ ਕੁੱਤਿਆਂ ਦੀ ਆਬਾਦੀ ਵੱਧ ਰਹੀ ਹੈ, ਤਾਂ ਕਰਕੇ ਡੌਗ ਬਾਈਟਸ ਦੇ ਕੇਸ ਔਰ ਰੇਬੀਜ਼ ਦੇ ਕੇਸ ਵੀ ਜ਼ਿਆਦਾ ਸਾਹਮਣੇ ਆ ਰਹੇ ਨੇ। ਸਾਡੇ ਨਾਲ ਸਾਡੇ ਬਾਕੀ ਪੈਨਲਿਸਟ ਵੀ ਜੁੜ ਗਏ ਨੇ। ਸਾਡੇ ਨਾਲ ਪੀਟਾ ਇੰਡੀਆ ਤੋਂ ਐਡਵੋਕੇਟ ਜੁੜੇ ਨੇ ਸ਼ੌर्य ਅਗਰਵਾਲ, ਤੇ ਨਾਲ ਹੀ ਪ੍ਰਪੀਤ ਬਰਾੜ ਜੀ ਸੋਸ਼ਲ ਐਕਟਿਵਿਸਟ ਸਾਡੇ ਨਾਲ ਜੁੜ ਗਏ ਨੇ। ਤੁਹਾਡਾ ਬਹੁਤ-ਬਹੁਤ ਸਵਾਗਤ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਤੇ। ਤੇ ਸ਼ੌर्य ਜੀ, ਜਿਸ ਤਰੀਕੇ ਦੇ ਨਾਲ ਅਸੀਂ ਡਾਕਟਰ ਨਰੇਸ਼ ਚਾਵਲਾ ਨੂੰ ਸੁਣ ਰਹੇ ਸੀ ਕਿ ਇੱਕ प्रोग्राम बनाना ज़रूरी है, मुहिम के तहत साल दर साल प्रोग्राम बनाया जाए और स्टेजिस दे विच कुत्तियां नूं स्टेराइल किया जाए, और तां करके इन्हां दी आबादी ते भी लगाम लग सकेगी और डॉग बाइट्स के केस जिहड़े ने वो भी सामने घट आएंगे। लेकिन अक्सर देखा जाता है जिद्दां हुण सुप्रीम कोर्ट का फैसला आया सी या कोई होर NGOs मिल के अगर काम करते हैं तो होर पशु प्रेमी सामने आ जाते जिहड़े कहते हैं कि इन्हां नूं कुछ ना कहो, एनीमल राइट्स के तहत इन्हां दे लई बोलण दे लई कौन है, बेजुबान ने, असीं भी बोलांगे, ये तुसीं इन्हां दे नाल तशद्दद कर रहे हो और
ਤਾਂ ਕਰਕੇ ਕਿਤੇ ਨਾ ਕਿਤੇ ਇਹ ਡੌਗ ਲਵਰਸ ਜਿਹੜੇ ਨੇ ਉਹ ਆਪਣੇ ਆਪਣੇ ਮੁਹੱਲੇ ਦੇ ਅੱਗੇ ਆ ਜਾਂਦੇ ਨੇ। ਮੇਬੀ ਜੇ ਮਿਊਨਿਸਪੈਲਿਟੀ ਆਂਦੀ ਵੀ ਹੋਏਗੀ ਆਪਣਾ ਕੰਮ ਕਰਨ ਦੇ ਲਈ ਤਾਂ ਵੀ ਇਦਾਂ ਦੇ ਡੌਗ ਲਵਰਸ ਜਿਹੜੇ ਅੱਗੇ ਆਉਂਦੇ ਨੇ, ਜਿਨ੍ਹਾਂ ਕਰਕੇ ਪੂਰਾ ਉਹ ਪ੍ਰੋਸੈਸ ਜਿਹੜਾ ਉਹ ਪੂਰਾ नहीं हो पाता। पहले तो मैं आपको थैंक यू कहना चाहूंगा कि इतने इम्पोर्टेंट टॉपिक पे आप डिस्कशन कर रहे हैं। जी। दूसरी चीज, गवर्नमेंट के जो ये रूल्स हैं जो सर कह रहे थे, ये ऑलरेडी एग्जिस्ट करते हैं। गवर्नमेंट ने एक प्रोग्राम बना रखा है, एक रूल्स निकाल रखे हैं, एनिमल बर्थ कंट्रोल रूल्स, जो सबसे पहले 2001 में बने थे। 2023 में उसका रिवाइज वर्जन निकला था। जी। उसके हिसाब से गवर्नमेंट को करना यही है, नगर निगम को एक बर्थ कंट्रोल प्रोग्राम स्टैब्लिश करना है, जिसके अंदर डॉग्स को फेजेस में पिकअप करना है, उनको उनकी सर्जरी करनी है, स्टेरिलाइजेशन नसबंदी करनी है, उनको वैक्सीनेट करना है, और फिर जहां से पिकअप किया था वहां वापसी छोड़ देना है। ये एक साइंटिफिकली प्रूवन फैक्ट है कि अगर आप डॉग को स्टेरिलाइज करते हैं, नसबंदी करते हैं, तो उससे वो काफी हद तक डॉसाइल हो जाते हैं। साथ के साथ अगर साथ के साथ ओवर टाइम उनकी पॉपुलेशन घटती है, क्योंकि भाई वो और बच्चे नहीं पैदा कर पाते हैं और धीमे धीमे खत्म हो जाते हैं। इंडिया में ही इस प्रोग्राम के सक्सेस के बहुत सारे एग्जाम्पल्स हैं। जैसे आप ले लीजिए लखनऊ का एग्जाम्पल ले लीजिए, देहरादून का एग्जाम्पल ले लीजिए, जहाँ पे 70% से ज्यादा उन्होंने नसबंदियां कर ली हैं, और अब वहां पे आपको रिजल्ट्स दिखेंगे इन अ मैटर ऑफ 4 इयर्स। 4 साल के अंदर 70% से ज्यादा नसबंदियां करी हैं उन्होंने, और अब वहां पे डॉग पॉपुलेशन गिरती हुई दिखाई दे रही है। डॉग बाइट केसेस, रेबीज केसेस वहां से बहुत कम आ रहे हैं। उसके अलावा सिक्किम ने, जयपुर ने, चंडीगढ़, चेन्नई ने, इन सारी जगहों ने नसबंदियों का काम खूब जोर शोर से किया है, और कुछ समय में यहाँ से भी रिजल्ट्स दिखाई देंगे। तो ऐसा नहीं है कि भारत में ये पॉसिबल नहीं है, इंडिया में ये हो रहा है। इट इज ओनली अ मैटर ऑफ इम्प्लीमेंटेशन। अगर पूरे जोर शोर से ये प्रोग्राम इम्प्लीमेंट करा जाए, हर नगर निगम द्वारा, सुप्रीम कोर्ट के ऑर्डर का फॉलो हुआ, हर नगर निगम द्वारा, हर भारतीय नागरिक द्वारा, तो ये प्रॉब्लम बहुत जल्दी और बहुत आराम से सॉल्व हो सकती है। बिल्कुल। और इत्थे सवाल ही खड़ा होंदा है कि जे अजिहे रूल बनाए हुए ने, पहलां तो ये रूल बने हुए ने, ते इन्ने टाइम च म्युनिसिपल कॉरपोरेशन की कर रही सी कि अज स्थिति इहो ਜਿਹੀ हो गई है कि कुत्तियां की जिहड़ी गिनती है वो इन्नी ज़्यादा बढ़ गई है। परप्रीत जी साडे नाल जुड़े ने, समाज सेवी। परप्रीत जी, लोकी इस तरीके च मतलब इस इदां दी सिचुएशन च किस तरीके नाल अपना योगदान पा सकते हैं? क्योंकि डॉक्टर साहब ने भी कहा कि म्युनिसिपैलिटी का काम है, स्टेज बाय स्टेज ये काम होना चाहिए, ਦੇ ਨਾਲ ਹੀ NGOs ਨੂੰ ਮਿਲ ਕੇ ਨਾਲ ਕੰਮ ਕਰਨਾ ਚਾਹੀਦਾ ਤਾਂ ਕਿ ਇਹਨਾਂ ਡੌਗਸ ਦੀ ਜਿਹੜੀ ਆਬਾਦੀ ਹੈ ਉਹ ਜ਼ਿਆਦਾ ਨਾ ਵਧੇ। ਤੇ ਆਮ ਜਨਤਾ ਕਿਸ ਤਰੀਕੇ ਦੇ ਨਾਲ ਯੋਗਦਾਨ ਪਾ ਸਕਦੀ? ਕਿਉਂਕਿ ਆਮ ਜਨਤਾ ਆਪਾਂ ਦੇਖਦੇ ਹਾਂ ਦੋ ਧੜਿਆਂ 'ਚ ਵੰਡੀ ਹੋਈ ਹੈ। ਇੱਕ ਡੌਗ ਲਵਰਸ ਨੇ, ਇੱਕ ਡੌਗ ਹੇਟਰਸ, ਜਾਂ ਜਿਨ੍ਹਾਂ ਨੂੰ ਕਹਿ ਲਓ ਕੁੱਤਿਆਂ ਦੀ ਦਹਿਸ਼ਤ ਹੈ, ਜਾਂ ਕਿਸੇ ਨੂੰ ਕੁੱਤੇ ਨੇ ਕੱਟਿਆ ਤਾਂ ਉਹ ਡਰਦਾ ਉਸ ਤੋਂ, ਉਸ ਤਰੀਕੇ ਦੇ ਨਾਲ ਉਹ ਕੁੱਤੇ ਨੂੰ ਨਹੀਂ ਪਿਆਰ ਕਰਦਾ ਜਿਸ ਤਰੀਕੇ ਦੇ ਨਾਲ ਉਹ ਦੂਸਰੇ ਡੌਗ ਲਵਰਸ ਜਿਹੜੇ ਉਹ ਕਰਦੇ ਨੇ। ਤੇ ਇਹਨਾਂ ਦੀ ਆਪਸੀ ਸਹਿਯੋਗ ਦੇ ਨਾਲ ਕਿਸ ਤਰੀਕੇ ਦੇ ਨਾਲ ਇਸ ਪ੍ਰੋਬਲਮ ਤੇ ਜਿਹੜਾ ਹੈ ਉਹ ਕੰਟਰੋਲ ਕੀਤਾ ਜਾ ਸਕਦਾ कि कुत्तियां दी गिनती ना वधे? लोग किस तरह योगदान पाउण? बिल्कुल, मैं इत्थे यह बड़ा गंभीर विषय है। मैं इहदे दो पहलू जो समझ पाई हैं, और वो दोनों ही पहलू मैं थोड़े सामने रखना चाहांगी। एक पहलू ये है कि साडे भारत दी जिहड़ी पॉपुलेशन है, आबादी है, चाहे कोई गरीब आदमी है चाहे अमीर आदमी है, वो किसी ना किसी रिलीजन दे नाल जुड़िया है। बिल्कुल। ਅਸੀਂ ਹੁਣ ਫਿਰ ਜਿਸ ਤਰ੍ਹਾਂ ਮੈਂ ਹੀ ਕਹਿ ਰਹੀ ਹਾਂ ਕਿ ਮੈਂ ਸਿੱਖ ਜਾਂ ਹਿੰਦੂ ਰਿਲੀਜਨ ਨੂੰ ਪ੍ਰੈਕਟਿਸ ਕਰਦੀ ਹਾਂ, ਸਾਡੇ ਇਸ ਧਰਮ ਦੇ ਵਿੱਚ ਜਾਨਵਰਾਂ ਦੇ ਪ੍ਰਤੀ ਪ੍ਰੇਮ ਸੰਦੇਹ ਹਮੇਸ਼ਾ ਦਿਖਾਇਆ ਜਾਂਦਾ ਹੈ। ਉਹਨਾਂ ਦੀ ਸੇਵਾ ਕਰਨਾ ਇੱਕ ਸਾਡੇ ਧਰਮ ਦਾ ਹਿੱਸਾ ਹੈ। ਔਰ ਇਸ ਤਰ੍ਹਾਂ ਹੀ ਅਗਰ ਆਪਾਂ ਕੁੱਤਿਆਂ ਦੀ ਗੱਲ ਕਰ ਲਈਏ ਕਿ ਇਹ ਧਰਮ ਦੇ ਨਾਲ ਨਾਲ ਇਹ ਸਾਡੇ ਜੋਤਿਸ਼ ਦੇ ਨਾਲ ਵੀ ਜੁੜਿਆ ਹੋਇਆ ਹੈ। ਜਿਹੜੇ ਡੌਗ ਲਵਰ ਨੇ, ਡੌਗ ਲਵਰਸ ਦਾ ਕੁਝ ਪਾਰਟਿਕੂਲਰ ਸੈਕਸ਼ਨ ਹੋਏਗਾ। ਅਗਰ ਅਸੀਂ ਇਸ ਇਸ਼ੂ ਨੂੰ ਬਹੁਤ ਡੂੰਘਾਈ 'ਚ ਦੇਖਦੇ ਹਾਂ, ਬਹੁਤ ਜ਼ਿਆਦਾ ਲੋਕ ਉਹਨਾਂ ਦੀ ਸੇਵਾ ਇਸ ਲਈ ਨਹੀਂ ਕਰਦੇ ਨੇ ਕਿ ਉਹਨਾਂ ਨੇ ਆਪਣੇ ਕੀ ਕਹਿੰਦੇ ਪਿਛਲੇ ਕਰਮਾਂ ਦਾ ਕੀ ਕਹਿੰਦੇ ਉਹਨਾਂ ਦਾ ਸ਼ੁੱਧੀਕਰਨ ਕਰਨਾ ਹੈ, ਜਾਂ ਉਹਨਾਂ ਨੇ ਆਪਣੇ ਗ੍ਰਹਿਾਂ ਦੀ ਜਿਹੜੀ ਆ ਉਹਨਾਂ ਦੀ ਕਸ਼ਟਾਂ ਤੋਂ ਨਿਜਾਤ ਪਾਣੀ ਹੈ। ਇੱਕ ਇਹ ਪਹਿਲੂ ਹੈ, ਔਰ ਇਸ ਪਹਿਲੂ ਨੂੰ ਮੈਂ ਇਗਨੋਰ ਬਿਲਕੁਲ ਨਹੀਂ ਕਰਨਾ ਚਾਹੂੰਗੀ, ਕਿਉਂਕਿ ਸਾਡੀ ਸਮਾਜ ਦੇ ਵਿੱਚ ਸਾਡਾ ਜਿਹੜਾ ਪਾਲਣ ਪੋਸ਼ਣ ਹੈ ਇਹਨਾਂ ਧਰਮਾਂ ਦੇ, ਇਹਨਾਂ ਗ੍ਰੰਥਾਂ ਦੀ ਇਹ ਜਿਹੜੀ ਹੈਗੀ ਹੈ ਉਹਦੀ ਸੋਚ ਦੇ ਨਾਲ ਅੱਗੇ ਵਧਿਆ ਹੈ ਨਾ। ਹੁਣ ਦੂਸਰਾ ਇਸ਼ੂ ਹੈਗਾ ਹੈ ਬੜਾ ਸੈਂਸਿਟਿਵ, ਕਿ ਉਹਨੂੰ ਵੀ ਅਸੀਂ ਇਗਨੋਰ ਨਹੀਂ ਕੀਤਾ ਜਾ ਸਕਦਾ। ਅਸੀਂ ਇਹ ਨਹੀਂ ਕਹਿ ਸਕਦੇ
ਕਿ ਵੀ ਜਾਨਵਰਾਂ ਨੂੰ ਹੀ ਤੁਸੀਂ ਅੱਗੇ ਰੱਖੋ, ਮੁੱਖ ਰੱਖੋ, ਔਰ ਉਹ ਜਾਨਵਰ ਬੱਚੇ ਬਜ਼ੁਰਗ ਜਾਂ ਇਨਸਾਨਾਂ ਨੂੰ ਖਾ ਜਾਣ, ਜਿਹੜਾ ਕਿ ਬਹੁਤ ਹੀ ਚਿੰਤਾ ਦਾ ਵਿਸ਼ੇ ਆ। ਔਰ ਮੈਂ ਸੁਪਰੀਮ ਕੋਰਟ ਦੀ ਜਿਹੜੀ ਉਹ ਨਵੀਂ ਜਜਮੈਂਟ ਆਈ ਹੈ, ਬਹੁਤ ਐਪਰੀਸ਼ੀਏਟ ਕਰਦੀ ਹਾਂ ਕਿ ਉਹਨਾਂ ਨੇ ਇਹ ਬਹੁਤ ਹੀ ਜਿਹੜਾ ਅਹਿਮ ਮੁੱਦੇ ਨੂੰ ਮੁੱਖ ਰੱਖਦਿਆਂ ਹੋਇਆ ਜਿਹੜਾ ਉਹਨਾਂ ਨੇ ਡਿਸੀਜ਼ਨ ਲਿੱਤਾ ਹੈ, ਇਹ ਬਹੁਤ ਠੀਕ ਡਿਸੀਜ਼ਨ ਹੈ। ਪਰ ਕੁਐਸਚਨ ਇਹ ਆ ਗਿਆ ਕਿ ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਵਕੀਲ ਸਾਹਿਬ ਬੋਲੇ ਸੀਗੇ ਕਿ ਇਸ ਚੀਜ਼ ਨੂੰ ਇੰਪਲੀਮੈਂਟ ਕਰਨਾ ਬਹੁਤ ਈਜ਼ੀ ਨਹੀਂ ਹੈ, ਕਿਉਂਕਿ ਇਹਦੇ ਲਈ ਸਰਕਾਰਾਂ ਦਾ, ਜਿਹੜੇ ਕੀ ਕਹਿੰਦੇ ਸੋਸ਼ਲ ਸੰਸਥਾਵਾਂ ਦਾ, ਉਹਨਾਂ ਦਾ ਬਹੁਤ ਵੱਡਾ ਯੋਗਦਾਨ ਚਾਹੀਦਾ ਹੈ। ਜਿੱਦਾਂ ਕਿ ਚੰਡੀਗੜ੍ਹ ਯੂਨੀਅਨ ਟੈਰੀਟਰੀ ਹੈਗੀ ਹੈ, ਇਹਦੇ ਵਿੱਚ ਕਾਫੀ ਪਹਿਲਾਂ ਇਹਨਾਂ ਨੇ ਇੰਪਲੀਮੈਂਟ ਕੀਤਾ ਸੀ, ਇੱਕ ਡੌਗ ਪਾਰਕ ਬਣਾਏ ਸੀਗੇ ਜੀ, ਔਰ ਸੇਮ ਵਿਧੀ ਦੇ ਨਾਲ ਜਿਹੜੀ ਇਹਨਾਂ ਦੀ ਕੁੱਤਿਆਂ ਦੀ ਸਮੱਸਿਆ ਹੈਗਾ ਉਹਨਾਂ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕੀਤੀ ਸੀ, ਔਰ ਕਾਫੀ ਹੱਦ ਤੱਕ ਉਹਨਾਂ ਨੇ ਨਿਜਾਤ ਵੀ ਪਾਇਆ ਸੀਗਾ। ਔਰ ਇਸ ਤਰ੍ਹਾਂ ਹੀ ਇਸ ਚੀਜ਼ ਨੂੰ ਮਿਊਨਿਸਪਲ ਕਾਰਪੋਰੇਸ਼ਨਸ ਦੀ, ਉਹਨਾਂ ਦੀ ਕੀ ਕਹਿੰਦੇ ਨਾਲ ਮਿਲ ਕੇ ਸਰਕਾਰਾਂ ਨੂੰ ਇਹਨੂੰ ਸੋਲਵ ਕਰਨਾ ਪਏਗਾ। ਔਰ ਇਹ ਬਹੁਤ ਹੀ ਜ਼ਰੂਰੀ ਗੰਭੀਰ ਵਿਸ਼ਾ ਹੈ, ਤਾਂ ਜੋ ਇਹ ਜਾਨਵਰ, ਚਾਹੇ ਗਾਵਾਂ ਨੇ ਜਾਂ ਕੋਈ ਇਸ ਤਰ੍ਹਾਂ ਦੇ ਹੀ ਡੌਗਸ ਨੇ ਜਾਂ ਇਦਾਂ ਦੇ ਐਨੀਮਲਸ ਨੇ, ਉਹ ਇਨਸਾਨਾਂ ਨੂੰ ਨਾ ਮਾਰਨ, ਕਿਉਂਕਿ ਇਨਸਾਨਾਂ ਦੀ ਵੀ ਉਨੀ ਅਹਿਮੀਅਤ ਹੈ ਜਿੰਨੀ ਕਿ ਜਾਨਵਰਾਂ ਦੀ। बिल्कुल परमीत जी, लेकिन इत्थे सब तो वड्डा सवालिया निशान उठता है म्यूनसिपल कॉरपोरेशनस ते। उही सवाल है कि जो म्यूनसिपल कॉरपोरेशनस ने समय दर समय अपनी ड्यूटी निभाई हुंदी सही तरीके दे नाल ते अज डॉग बाइट्स दे केस इन्ने नहीं सी आने, रेबीज़ दे नहीं सी आने ते कुत्तियां दी जनसंख्या इन्नी नहीं वधनी सी। एक बारी फिर हुण सुप्रीम कोर्ट दे कहण तो बाद रोल उत्थे म्यूनसिपल कॉरपोरेशन दा ये करना फिर उन्हां ने है, ते जे फिर अगले 1-2 सालां च स्थिति इदां ही रही, म्यूनसिपल कॉरपोरेशन ने नहीं अपना काम सही कीता ते होर भी ज़्यादा गंभीर स्थिति हो सकती है। क्योंकि अगर तुसी किसी भी दिल्ली दे किसी एरिया दे विच चले जाओ ਜਾਂ ਕਿਸੇ ਵੀ ਸ਼ਹਿਰ ਦੇ ਏਰੀਆ 'ਚ ਤੁਹਾਨੂੰ ਇੰਨੇ ਜ਼ਿਆਦਾ ਜਾਨਵਰਾਂ ਦੀ ਪਰਮਾਰ, ਸਪੈਸ਼ਲੀ ਕੁੱਤਿਆਂ ਦੀ ਮਤਲਬ ਇੰਨੀ ਸੰਖਿਆ ਮਿਲੇਗੀ, ਤੁਹਾਨੂੰ ਗਲੀ ਦੇ ਵਿੱਚ ਇਕੱਲੇ ਜਾਣ ਤੋਂ ਡਰ ਲੱਗੇਗਾ। ਇਹ ਬਿਲਕੁਲ, ਲੇਕਿਨ ਇਹਦੇ ਲਈ ਅਗੇਨ ਮੈਂ ਕਹਿ ਰਹੀ ਹਾਂ ਕਿ ਮਿਊਨਿਸਪਲ ਕਾਰਪੋਰੇਸ਼ਨ ਕੀ ਕਰੇਗੀ ਅਗਰ ਸਰਕਾਰਾਂ ਨੇ ਉਹਨਾਂ ਨੂੰ ਡੌਗ ਪਾਰਕ ਜਾਂ ਕੁਝ ਏਦਾਂ ਦੀਆਂ ਜਗ੍ਹਾ ਨਹੀਂ ਬਣਾ ਕੇ ਦਿੱਤੀਆਂ, ਜਾਂ ਇਹਨਾਂ ਦਾ ਟੀਕਾਕਰਨ ਉਹਨਾਂ ਦੇ ਕਰਨ ਦੀ ਇੱਕ ਮੁਹਿੰਮ ਨਹੀਂ ਚਲਾਈ, ਤੇ ਉਹ ਇਕੱਲੇ ਹੌਲੀ ਹੌਲੀ ਨਹੀਂ ਕਰ ਸਕਦੇ। ਇਹਦੇ ਉੱਤੇ ਇੱਕ ਤਰ੍ਹਾਂ ਦੀ ਚੈੱਕ ਹੋਣਾ ਚਾਹੀਦਾ ਹੈ, ਇਹਨੂੰ ਇਸ ਚੀਜ਼ ਨੂੰ ਫੋਲੋ ਅਪ ਕੀਤਾ ਜਾਣਾ ਚਾਹੀਦਾ ਪ੍ਰੋਪਰ ਢੰਗ ਦੇ ਨਾਲ ਕਿ ਕੀ ਕਹਿੰਦੇ ਅਗਰ ਕੋਈ ਇਹਨਾਂ ਨੇ ਮੁਹਿੰਮ ਚਲਾਈ ਹੈਗੀ ਆ ਜਾਂ ਕੋਈ ਸਿਸਟਮ ਉਹਨੂੰ ਫੋਲੋ ਅਪ ਕਰ ਰਿਹਾ ਹੈ, ਤੇ ਉਹਨੂੰ ਪ੍ਰੋਪਰ ਢੰਗ ਦੇ ਨਾਲ ਉਹਦੇ ਕੀ ਕਹਿੰਦੇ ਉਹ ਸਿਸਟਮ ਹੋਣਾ ਚਾਹੀਦਾ ਹੈ। ਤੇ ਇਸ ਕਰਕੇ ਇਹ ਜ਼ਰੂਰੀ ਹੈ ਕਿ बिल्कुल सिस्टम फॉलो करना बहुत जरूरी है, ताही इस समस्या तो निजात मिलेगी। डॉक्टर साहब तुसी कुछ कहने की कोशिश कर रहे सी, नाले तौर तो ये भी जानना चाहांगी कि जिद्दां एक शख्स नूं, कोई बजुर्ग है या कोई बच्चा है, उसनूं जद कुत्ता अटैक करदा, क्योंकि अज लुधियाने अंबरसर तो जिहड़ियां तस्वीरां आ रही बड़ियां डिस्टर्बिंग तस्वीरां है, बच्चे नूं कुत्ते चक के लै गए, उहनूं पूरा नोच दिता, हॉस्पिटल चो जेरे इलाज है, मनोस्थिति किहो जी हो जाती है जे एक बच्चे नूं बचपन च इस तरीके का अटैक कुत्ता करेगा तो वो तो पूरा जीवन कुत्ते तो डरेगा, फिर चाहे वो कोई पेट डॉग होए, कोई फ्रेंडली डॉग होए। मैं दोबारा दस देवां, डॉग बाइट्स आर नॉट नेसेसरली ओनली स्ट्रे डॉग बाइट्स। हमारे कुत्ते दे बाइट्स नहीं, पालतू कुत्ते मैं खुलेआम जानता हूँ, डिस्ट्रिक्ट पार्क में लोग अपने पालतू कुत्ते को जंगल पाने के लिए ले आते हैं और किसी बच्चे को काट लिया, किसी बूढ़े को काट लिया, किसी महिला को काट लिया। यह बहुत जरूरी है। आई थिंक द रूल्स हैव टू बी एनफोर्स्ड। सारी बात सुप्रीम कोर्ट पे, सुप्रीम कोर्ट पे या स्टेट गवर्नमेंट पे या म्युनिसिपैलिटी पे नहीं छोड़ी जा सकती। आई थिंक RWS को एक यूनिट बनना पड़ेगा। मेरे कुत्ते ने पड़ोसी को इंसान को काट लिया तो उसके रूल्स बकायदा इन प्लेस हैं, लेकिन वो अक्सर फॉलो कोई नहीं करता। तो आई थिंक मेरे हिसाब से रेजिडेंट वेलफेयर एसोसिएशन इस मुद्दे को जैसे दूसरी चीजों को सुलझाते हैं, उसको सुलझाना बहुत जरूरी है, चाहे आवारा कुत्ते की बाइट हो। जहां तक मैं समझता हूँ, जो लोग आई थिंक सुप्रीम कोर्ट का जो आखिरी फैसला है उसमें स्पष्ट है कि फीडिंग के स्पेशल प्लेसेस बनाए जाएंगे, और जो स्पेशल प्लेसेस नहीं बनाया पा उन पे 20,000 फाइन लगेगा। आप हम अच्छी तरह समझते हैं सिमरन कौर, ऐसी चीजें इम्प्लीमेंट हो ही नहीं पाती। तो इसके लिए अत्यंत आवश्यक है कि आपस जारी करते हुए अगर हमें इस प्रॉब्लम को खत्म करना है एट माइक्रो लेवल, इट हैज टू बी अ माइक्रो मैनेजमेंट। इसको सुप्रीम कोर्ट आदेश नहीं दे सकती, सुप्रीम कोर्ट सिर्फ डायरेक्टिव इशू कर सकती है। म्युनिसिपैलिटी को ये काम करना चाहिए, बट आई नो मोस्ट म्युनिसिपैलिटीज इन इंडिया are not doing their role properly। तो इसलिए RWS को
एनजीओ को आगे आना पड़ेगा। और सबसे छोटी यूनिट है एक ब्लॉक की यूनिट, उस ब्लॉक की आरडब्ल्यू यूनिट अगर सामने आती है, स्ट्रे डॉग के लिए कहा जाता है, अगर आपको बहुत शौक है कुत्ते को दूध पिलाने का तो आप इसको अडॉप्ट कर लो, यू अडॉप्ट द डॉग, यू कीप टू डॉग्स एट योर होम एंड फीड देम एज बेस्ट यू कैन। बट ये नहीं होगा कि फीडिंग पुण्य तो आप कमाइएगा और जो दोष है वो पड़ोसी सहे। इट इज रॉन्ग, इट इज अनफेयर। तो कहीं ना कहीं हमें बहुत जल्द इस समस्या को निपटाना पड़ेगा, अदरवाइज तो कॉस्मेटिक हो गया। कहने को सुप्रीम कोर्ट ने कह दिया, स्टेट गवर्नमेंट्स की प्रायोरिटीज दूसरी हैं, म्युनिसिपैलिटीज कहती हैं हमारे पास काम और बहुत ज्यादा है, तो करेगा कौन? तो हम सबको मिलके करना पड़ेगा। वी हैव टू बी विजिलेंट सिटीजंस एंड वी हैव टू बी विजिलेंट एज वेल एज पड़ोसी की इज्जत करना, पड़ोसों की बिल्कुल ठीक है, ਤੁਹਾਡੀ ਗੱਲ ਬਿਲकुल समझ रहे हो कि ਸਾਰਿਆਂ ਦਾ ਇਨਵੋਲਵਮੈਂਟ ਜ਼ਰੂਰੀ ਹੈ। ਤੇ ਇੱਥੇ ਸ਼ੌर्य ਅਗਰਵਾਲ ਸਾਡੇ ਨਾਲ ਨੇ। ਸ਼ੌर्य, ਅਭੀ ਡਾਕਟਰ ਨਰੇਸ਼ ਚਾਵਲਾ ਜੀ ਨੇ ਕਿਹਾ ਕਿ ਫੋਰਨ ਕੰਟਰੀਜ਼ 'ਚ ਇਦਾਂ ਨਹੀਂ ਹੁੰਦਾ। ਜੇ ਮੈਂ ਗੱਲ ਕਰਾਂ ਪੀਟਾ ਜਿਹੜੀ ਤੁਹਾਡੀ ਫੋਰਨ ਕੰਟਰੀਜ਼ 'ਚ ਆਰਗੇਨਾਈਜੇਸ਼ਨ ਜਿਸ ਤਰੀਕੇ ਦੇ ਨਾਲ ਕੰਮ ਕਰਦੀ ਹੈ, ਕੀ ਭਾਰਤ 'ਚ ਵੀ ਉਸੇ ਤਰੀਕੇ ਦੇ ਨਾਲ ਕੰਮ ਕਰਦੀ ਹੈ? ਕਿਉਂਕਿ ਨਾ ਸਿਰਫ ਕੁੱਤਿਆਂ ਦੇ ਲਈ ਬਲਕਿ ਤੁਸੀਂ ਬਾਕੀ ਜਾਨਵਰਾਂ ਦੇ ਲਈ ਵੀ ਉਹਨਾਂ ਦੇ ਰਾਈਟਸ ਦੇ ਲਈ ਕੰਮ ਕਰਦੇ ਹੋ। ਲੇਕਿਨ ਇਹ ਵੀ ਇੱਕ ਵੱਡੀ ਪ੍ਰੋਬਲਮ ਹੈ ਜੋ ਕਿ ਫੋਰਨ ਕੰਟਰੀਜ਼ 'ਚ ਨਹੀਂ ਹੈ। ਤੇ ਕੀ ਜਿਹੜਾ ਹੈ ਵਰਕ ਫਲੋ डिफरेंट है फॉरेन कंट्रीज और इंडिया च पीटा का, जिस दे नाल ये समस्या जिहड़ी है वो खड़ी हुई है, और किस तरीके दे नाल फॉरेन कंट्री के वर्कफ्लो नूं जे तुसीं इंडिया च अडाप्ट करो तो इस ते काबू पाया जा सकता? देखिए, ये जो एनिमल बर्थ कंट्रोल रूल्स हैं ये 1991 में WHO वर्ल्ड हेल्थ ऑर्गेनाइजेशन, यूनाइटेड नेशंस का जो ऑर्गेनाइजेशन है, उन्होंने ही बोला था कि ये एक लौता एकमात्र साइंटिफिक और ह्यूमेन सोल्यूशन है। डॉग्स को स्टेरिलाइज करके उनको उनकी जगह पे वापसी छोड़ देना और उनको अपनी जिंदगी खत्म उस हाल में खत्म कर देना ताकि ओवर टाइम उनकी पॉपुलेशन कम हो जाए, एक लौता सोल्यूशन है। डॉग्स को जैसे पहले सुप्रीम कोर्ट ने कहा था 11 अगस्त को फर्स्ट ऑर्डर में कि डॉग्स को आप हटा दीजिए, तो वो सोल्यूशन नहीं वर्क करता है क्योंकि आसपास के एरिया से डॉग्स आ ही जाते हैं अंदर, विच जिस वजह से जो बाइट केसेस हैं, रेबीज के केसेस हैं, वो बढ़ते हैं। जो काम नगर निगम ऑलरेडी कर चुका है थोड़ा बहुत ही स्टेरिलाइजेशन का या वैक्सीनेशन का, वो पूरा काम ही खत्म हो जाता अगर वो ऑर्डर फॉलो होता तो। और जैसे आप पूछ रहे हैं बाहर के देशों में कैसा हुआ, मैं एग्जांपल देना चाहूंगा हमारे पड़ोसी देश का, भूटान ने 100% अपनी डॉग की 100% पॉपुलेशन का नसबंदी करा है, अभी रिसेंटली करा है। साथ के साथ मैं एग्जांपल देना चाहूंगा और वैक्सीनेशन का तरीका यूज करके ओवर टाइम वहां पे पॉपुलेशन कंट्रोल करा है। और साथ के साथ मैं एक दो सर के पॉइंट्स हैं, मैं वो थोड़ा बताना चाहूंगा कि सर सही कह रहे हैं कि पब्लिक को भी इसमें सपोर्ट दिखाना पड़ेगा। अभी इंडिया में क्या सीन है कि पब्लिक का जो ऑब्सेशन है वो फॉरेन ब्रीड ऑफ डॉग्स, पिटबुल हो गया या जर्मन शेफर्ड हो गया या साइबेरियन हस्की हो गया, उनसे बहुत ज्यादा है जो हमारे क्लाइमेटिक कंडीशंस के लिए सूटेड नहीं है। इनफैक्ट हमारे आदरणीय प्राइम मिनिस्टर सर ने भी बोला है, आई थिंक 2 साल पहले मन की बात में बोला था कि आप हर किसी को एक भारतीय डॉग, एक इंडी डॉग अडॉप्ट करना चाहिए। वो क्लाइमेटिकली एक्लेमेटाइज्ड होते हैं हमारे देश के क्लाइमेट के हिसाब से, वो हेल्दी होते हैं, उनका ख्याल रखना भी अच्छा आसान होता है और बहुत इंटेलिजेंट होते हैं। तो साथ के साथ मेरी पब्लिक से ये रिक्वेस्ट है कि जो ये पेट शॉप्स और ब्रीडर्स हैं जो बाय द वे इलीगली ऑपरेट करते हैं और कई बार डॉग्स अबैंडन भी करते हैं जिस वजह से डॉग्स की पॉपुलेशन भी बढ़ती है, तो उनसे कुत्ते ना खरीद के आप अपने शेल्टर पे जाइए या अपने गली मोहल्ले में जाइए और वहां से डॉग्स अडॉप्ट करें। बिल्कुल, अडॉप्शन भी एक ਜਿਹੜਾ ਹੈ ਜ਼ਰੀਆ ਹੋ ਸਕਦਾ ਹੈ ਕੁੱਤਿਆਂ ਦੀ ਪੋਪੂਲੇਸ਼ਨ ਘੱਟ ਕਰਨ ਦਾ, ਲੇਕਿਨ ਮੇਜਰ ਰੋਲ ਇੱਥੇ ਜਿਹੜਾ ਹੈ ਉਹ ਮਿਊਨਿਸਪੈਲਿਟੀ ਨੂੰ ਨਿਭਾਉਣਾ ਬੇहद ਜ਼ਰੂਰੀ ਹੈ। ਜੇ ਸਹੀ ਤਰੀਕੇ ਦੇ ਨਾਲ ਸਟੈਰਿਲਾਈਜੇਸ਼ਨ ਇਹਨਾਂ ਕੁੱਤਿਆਂ ਦੀ ਹੋਏਗੀ, ਇਹਨਾਂ ਦੀ ਆਬਾਦੀ ਅਲਟੀਮੇਟਲੀ ਕੰਟਰੋਲ ਹੋ ਜਾਏਗੀ ਤੇ ਡੌਗ ਬਾਈਟਸ ਦੇ ਕੇਸਿਸ ਜਾਂ ਇਸ ਤਰੀਕੇ ਦੇ ਕੇਸਿਸ ਜਿਹੜੇ ਰੇਬੀਜ਼ ਦੇ ਉਹ ਸਾਹਮਣੇ ਨਹੀਂ ਆਣਗੇ। ਅੱਜ ਦੇ ਡਿਸਕਸ਼ਨ ਵਾਸਤੇ ਤੁਹਾਡਾ ਸਾਡੇ ਚੈਨਲ ਤੇ ਆਉਣ ਵਾਸਤੇ ਬਹੁਤ-ਬਹੁਤ ਧੰਨਵਾਦ।